परम सत्कारयोग साध संगत जी, रसना पवित्र करिए ते आखिए धन सिर सतगुरु जगजीत सिंह जी, धन सिर सतगुरु उदय सिंह जी। साध संगत जी, आप सब नूं सिख पंथ दे तीजे सतगुरु श्री गुरु अमरदास जी दे प्रगट दिवस दियां लख लख वधाइयां होण। अज असीं श्री गुरु अमरदास जी दे इतिहास बारे कुछ साखियां ते कुछ उन्हां दा इतिहास सरवण करांगे। श्री गुरु अमरदास जी मई सन 1579 ਨੂੰ ਪਿੰਡ ਬਾਸਰ ਕੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸ਼੍ਰੀ ਤੇਜਭਾਨ ਪੱਲੇ ਖੱਤਰੀ ਦੇ ਘਰ ਮਾਤਾ ਸੁਲੱਖਣੀ ਜੀ ਦੀ ਕੁੱਖ ਤੋਂ ਪੈਦਾ ਹੋਏ। ਆਪ ਜੀ ਦਾ ਵਿਆਹ ਸ਼੍ਰੀਮਤੀ ਮਨਸਾ ਦੇਵੀ ਜੀ ਨਾਲ 11 ਮਾਘ ਸੰਮਤ 1559 ਨੂੰ ਹੋਇਆ। ਆਪ ਜੀ ਦੇ ਘਰ ਦੋ ਸਪੁੱਤਰ ਬਾਬਾ ਮੋਹਨ ਜੀ ਤੇ ਮੋਰੀ ਜੀ, ਦੋ ਸਪੁੱਤਰੀਆਂ ਬੀਬੀ ਦਾਨੀ ਜੀ ਤੇ ਬੀਬੀ ਭਾਨੀ ਜੀ ਪੈਦਾ ਹੋਈਆਂ। ਗੁਰੂ ਜੀ ਆਪਣੀ ਪਹਿਲੀ ਅਵਸਥਾ ਵਿੱਚ ਪਿੰਡ ਬਾਸਰ ਕੇ ਕਰਿਆਨੇ ਦੀ ਦੁਕਾਨਦਾਰੀ ਦਾ ਕੰਮ ਕਰਦੇ ਸਨ ਅਤੇ ਸਾਲ ਦੇ ਸਾਲ ਸੰਗਤ ਨਾਲ ਮਿਲ ਕੇ ਹਰਿਦੁਆਰ ਤੀਰਥ ਇਸ਼ਨਾਨ ਕਰਨ ਜਾਂਦੇ ਹੁੰਦੇ ਸਨ। ਇਸ ਤਰ੍ਹਾਂ ਆਪ ਜੀ ਨੇ 20 ਵੇਰ ਹਰਿਦੁਆਰ ਦੀ ਯਾਤਰਾ ਕੀਤੀ। ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਸੁਪੁੱਤਰੀ ਬੀਬੀ ਅਮਰੋ ਜੋ ਬਾਸਰ ਕੇ ਵਿਆਹੀ ਹੋਈ ਸੀ, ਉਸ ਪਾਸੋਂ ਗੁਰਬਾਣੀ ਦਾ ਪਾਠ ਰਾਸਪੀਨੀ ਆਵਾਜ਼ ਵਿੱਚ ਅੰਮ੍ਰਿਤ ਵੇਲੇ ਸੁਣ ਕੇ ਆਪ ਜੀ ਨੂੰ ਗੁਰੂ ਮਿਲਾਪ ਦੀ ਲਗਨ ਲੱਗੀ। ਬੀਬੀ ਜੀ ਨੂੰ ਨਾਲ ਲੈ ਕੇ ਆਪ ਜੀ ਸੰਮਤ 1559 ਵਿੱਚ ਗੁਰੂ ਅੰਗਦ ਦੇਵ ਜੀ ਪਾਸ ਖਡੂਰ ਸਾਹਿਬ ਹਾਜ਼ਰ ਹੋਏ ਅਤੇ ਉੱਥੇ ਹੀ ਟਿਕ ਗਏ। ਇਸ ਸਮੇਂ ਆਪ ਜੀ ਦੀ ਆਯੂ 63 ਸਾਲ ਸੀ। ਗੁਰੂ ਅੰਗਦ ਦੇਵ ਜੀ ਦੀ ਸੇਵਾ ਵਿੱਚ ਹਾਜ਼ਰ ਹੋ ਕੇ ਆਪ ਜੀ ਬੜੀ ਪ੍ਰੇਮ ਤੇ ਸ਼ਰਧਾ ਨਾਲ ਸੇਵਾ ਵਿੱਚ ਜੁਟ ਗਏ। ਸਵਾ ਪਹਿਰ ਰਾਤ ਰਹਿੰਦੀ ਨਾਲ ਆਪ ਜੀ ਉੱਠ ਕੇ ਸ਼੍ਰੀ ਗੁਰੂ ਅੰਗਦ ਦੇਵ ਜੀ ਵਾਸਤੇ ਤਾਜ਼ੇ ਪਾਣੀ ਦੀ ਗਾਗਰ ਲਿਆ ਕੇ ਇਸ਼ਨਾਨ ਕਰਾਉਂਦੇ ਸਨ। ਇਸ਼ਨਾਨ ਉਪਰੰਤ ਗੁਰੂ ਜੀ ਦੇ ਬਸਤਰ ਸਾਫ਼ ਕਰਕੇ ਸੁੱਕਣੇ ਪਾ ਦਿੰਦੇ ਅਤੇ ਫਿਰ ਆਪ ਇਸ਼ਨਾਨ ਕਰਕੇ ਇਕਾਂਤ ਬੈਠ ਕੇ ਸਤਿਗੁਰੂ ਜੀ ਦੀ ਮੂਰਤ ਦੇ ਧਿਆਨ ਵਿੱਚ ਜੁੜ ਜਾਂਦੇ ਸਨ। ਦਿਨ ਚੜ੍ਹੇ ਲੰਗਰ ਵਾਸਤੇ ਪਾਣੀ ਢੋਂਦੇ ਅਤੇ ਲੰਗਰ ਦੇ ਚੁੱਲ੍ਹੇ ਝੋਕਣ ਦੀ ਸੇਵਾ ਕਰਦੇ ਸਨ। ਜਦ ਪ੍ਰਸ਼ਾਦ ਤਿਆਰ ਹੋ ਜਾਂਦਾ ਤਾਂ ਸਤਿਗੁਰੂ ਜੀ ਨੂੰ ਪ੍ਰਸ਼ਾਦਾ ਛਕਾਉਂਦੇ ਅਤੇ ਹੋਰ ਹਰ ਪ੍ਰਕਾਰ ਦੀ ਸੇਵਾ ਕਰਦੇ ਸਨ। ਗਰਮੀਆਂ ਵਿੱਚ ਸੰਗਤਾਂ ਨੂੰ ਠੰਡਾ ਜਲ ਛਕਾਉਣ ਦੀ ਅਤੇ ਪੱਖੇ ਦੀ ਸੇਵਾ ਕਰਦੇ ਸਨ। ਇਸ ਤਰ੍ਹਾਂ ਰਾਤ ਦਿਨ ਆਪ ਜੀ ਸਤਿਗੁਰੂ ਜੀ ਦੀ ਅਤੇ ਸੰਗਤ ਦੀ ਸੇਵਾ ਵਿੱਚ ਬੜੇ ਹੀ ਮਗਨ ਰਹਿੰਦੇ ਸਨ, ਪਰ ਕਿਸੇ ਨੂੰ ਆਪਾ ਨਹੀਂ ਸਨ ਜਤਾਉਂਦੇ। ਇਸ ਤਰ੍ਹਾਂ ਹੀ ਆਪ ਜੀ ਨੂੰ ਇੱਕ ਦਿਨ ਮਨ ਹੋ ਕੇ ਸੇਵਾ ਕਰਦਿਆਂ ਨੂੰ 5-6 ਸਾਲ ਬੀਤ ਗਏ। ਇੱਕ ਦਿਨ ਅੰਮ੍ਰਿਤ ਵੇਲੇ ਜਦ ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਇਸ਼ਨਾਨ ਕਰਾਉਣ ਵਾਸਤੇ ਜਲ ਦੀ ਗਾਗਰ ਮੋਢੇ ਉੱਤੇ ਚੁੱਕੀ ਆ ਰਹੇ ਸਨ ਤਾਂ ਹਨੇਰੇ ਵਿੱਚ ਆਪ ਜੀ ਜੁਲਾਹੇ ਦੀ ਖੱਡੀ ਦੇ ਕਿੱਲੇ ਨਾਲ ਠੇਡਾ ਖਾ ਕੇ ਡਿੱਗ ਪਏ। ਡਿੱਗਣ ਨਾਲ ਪਾਣੀ ਦੀ ਭਰੀ ਹੋਈ ਗਾਗਰ ਜਦ ਧਰਤੀ ਉੱਤੇ ਡਿੱਗੀ ਤਾਂ ਉਸ ਦੇ ਖੜਾਕ ਨਾਲ ਜੁਲਾਹੇ ਨੇ ਅੱਪੜ ਵਾਹੇ ਜੁਲਾਹੀ ਨੂੰ ਪੁੱਛਿਆ, ਕੌਣ ਹੈ? ਜੁਲਾਹੀ ਨੇ ਕਿਹਾ, ਹੋਵੇਗਾ ਅਮਰੂ ਨਿਠਾਵਾਂ। ਇਸ ਵੇਲੇ ਹੋਰ ਕੌਣ ਹੋ ਸਕਦਾ ਹੈ? ਸ਼੍ਰੀ ਅਮਰਦਾਸ ਜੀ ਆਪਣੇ ਆਪ ਨੂੰ ਸੰਭਾਲ ਕੇ ਉੱਠੇ ਅਤੇ ਪਾਣੀ ਦੀ ਗਾਗਰ ਲੈ ਕੇ ਨਿਤ ਕਰਮ ਅਨੁਸਾਰ ਗੁਰੂ ਜੀ ਨੂੰ ਇਸ਼ਨਾਨ ਜਾ ਕਰਾਇਆ। ਸਵੇਰੇ ਦੀਵਾਨ ਦੀ ਸਮਾਪਤੀ ਉਪਰੰਤ ਜਦ ਗੁਰੂ ਜੀ ਨੂੰ ਅੰਮ੍ਰਿਤ ਵੇਲੇ ਦੀ ਘਟਨਾ ਦਾ ਅਤੇ ਜੁਲਾਹੀ ਦੇ ਕੁਬੋਲਾਂ ਦਾ ਪਤਾ ਲੱਗਾ ਤਾਂ ਆਪ ਜੀ ਨੇ ਇਹਨਾਂ ਦੀ ਨਿਮਰਤਾ, ਪ੍ਰੇਮ ਅਤੇ ਸਹਿਣਸ਼ੀਲਤਾ ਤੇ ਪ੍ਰਸੰਨ ਹੋ ਕੇ ਆਪਣੀ ਗਲਵਕੜੀ ਵਿੱਚ ਲੈ ਕੇ ਬੜੇ ਹੀ ਪਿਆਰ ਨਾਲ ਬਚਨ ਕੀਤੇ, ਸ਼੍ਰੀ ਅਮਰਦਾਸ ਜੀ ਨਿਮਾਣਿਆਂ ਦੇ ਮਾਣ, ਨੀ ਥਾਵਿਆਂ ਦੇ ਥਾਂ, ਨੀ ਆਸਰਿਆਂ ਦੇ ਆਸਰੇ, ਨੀ ਓਟਿਆਂ ਦੀ ਓਟ ਅਤੇ ਪੀਰਾਂ ਦੇ ਪੀਰ ਸਮਰੱਥ ਪੁਰਸ਼ ਹਨ। ਇਸ ਪਿਆਰ ਅਤੇ ਵਰਾਂ ਦੀ ਬਖਸ਼ਿਸ਼ ਉਪਰੰਤ ਗੁਰੂ ਅੰਗਦ ਦੇਵ ਜੀ ਨੇ ਸੰਗਤ ਵਿੱਚ ਪ੍ਰਗਟ ਕਰ ਦਿੱਤਾ ਕਿ ਅੱਜ ਤੋਂ ਅਮਰਦਾਸ ਜੀ ਸਾਡਾ ਹੀ ਰੂਪ ਹਨ। ਇਹ ਗੁਰਤਾ ਗੱਦੀ ਦੇ ਹਰ ਤਰ੍ਹਾਂ ਯੋਗ ਹਨ। ਸਮੇਂ ਸਿਰ ਇਹਨਾਂ ਨੂੰ ਗੁਰੂ ਗੱਦੀ ਦਾ ਤਿਲਕ ਦਿੱਤਾ ਜਾਵੇਗਾ। ਗੁਰੂ ਗੱਦੀ ਬਖਸ਼ਣ ਦੀ ਸੂਚਨਾ ਉਪਰੰਤ ਆਪ ਜੀ ਨਾਲ ਗੁਰੂ ਅੰਗਦ ਦੇਵ ਜੀ ਦੇ ਸਪੁੱਤਰ ਦਾਸੂ ਅਤੇ ਦਾਤੂ ਜੀ ਈਰਖਾ ਕਰਨ ਲੱਗ ਪਏ, ਜਿਸ ਕਰਕੇ ਗੁਰੂ ਜੀ ਨੇ
ਆਪ ਨੂੰ ਬਾਸਰ ਕੇ ਭੇਜ ਦਿੱਤਾ ਅਤੇ ਹੁਕਮ ਕੀਤਾ ਕਿ ਜਦ ਤੱਕ ਅਸੀਂ ਵਾਪਸ ਨਾ ਬੁਲਾਈਏ ਤੁਸੀਂ ਆਪਣੇ ਬਾਲ ਬੱਚੇ ਵਿੱਚ ਬਾਸਰ ਕੇ ਹੀ ਰਹਿਣਾ। ਗੁਰੂ ਜੀ ਦਾ ਹੁਕਮ ਮੰਨ ਕੇ ਆਪ ਜੀ ਬਾਸਰ ਕੇ ਆਪਣੇ ਘਰ ਚਲੇ ਗਏ। ਕੁਝ ਦਿਨਾਂ ਪਿੱਛੋਂ ਗੋਂਦਾ ਮਰਵਾਹਾ ਖੱਤਰੀ ਖਡੂਰ ਸਾਹਿਬ ਗੁਰੂ ਅੰਗਦ ਦੇਵ ਜੀ ਪਾਸ ਆਇਆ ਤੇ ਬੇਨਤੀ ਕੀਤੀ ਕਿ ਮੇਰਾ ਪਿੰਡ ਜੋ ਮੈਂ ਬਿਆਸਾ ਦੇ ਕੰਢੇ ਤੇ ਆਪਣੇ ਨਾਮ ਨਾਲ ਗੋਇੰਦਵਾਲ ਵਸਾਉਣਾ ਚਾਹੁੰਦਾ ਹਾਂ, ਉਸ ਨੂੰ ਭੂਤ ਪ੍ਰੇਤ ਵਸਣ ਨਹੀਂ ਦਿੰਦੇ। ਆਪ ਜੀ ਕਿਰਪਾ ਕਰਕੇ ਆਪਣੇ ਕਿਸੇ ਸਾਹਿਬਜ਼ਾਦੇ ਦਾ ਉੱਥੇ ਨਿਵਾਸ ਕਰਾ ਦਿਓ, ਜਿਸ ਕਰਕੇ ਭੂਤਾਂ ਪ੍ਰੇਤਾਂ ਦਾ ਡਰ ਲੋਕਾਂ ਦੇ ਦਿਲਾਂ ਵਿੱਚੋਂ ਦੂਰ ਹੋ ਜਾਵੇ ਤੇ ਮੇਰਾ ਪਿੰਡ ਵਸ ਜਾਵੇ। ਮੈਂ ਆਪ ਜੀ ਦੇ ਰਹਿਣ ਵਾਸਤੇ ਮਕਾਨ ਬਣਵਾ ਦਿਆਂਗਾ ਅਤੇ ਹੋਰ ਵੀ ਹਰ ਤਰ੍ਹਾਂ ਗੁਰੂ ਘਰ ਦੀ ਸੇਵਾ ਕਰਾਂਗਾ। ਗੋਂਦੇ ਦੀ ਬੇਨਤੀ ਸੁਣ ਕੇ ਗੁਰੂ ਜੀ ਨੇ ਆਪਣੇ ਦੋਹਾਂ ਪੁੱਤਰਾਂ ਨੂੰ ਕਿਹਾ ਕਿ ਤੁਸੀਂ ਇੱਕ ਜਾਂ ਦੋਵੇਂ ਭਾਈ ਗੋਂਦੇ ਦੇ ਨਾਲ ਚਲੇ ਜਾਓ ਅਤੇ ਉੱਥੇ ਜਾ ਕੇ ਆਪਣੀ ਹੱਟੀ ਦਾ ਕੰਮ ਕਰੋ। ਪਰ ਗੁਰੂ ਜੀ ਦੇ ਦੋਹਾਂ ਪੁੱਤਰਾਂ ਨੇ ਖਡੂਰ ਤੋਂ ਆਪਣੀ ਦੁਕਾਨ ਦਾ ਚੱਲਦਾ ਕੰਮ ਛੱਡ ਕੇ ਗੋਂਦੇ ਨਾਲ ਜਾਣ ਤੋਂ ਨਾ ਕਰ ਦਿੱਤੀ। ਜਦ ਦੋਹਾਂ ਸਾਹਿਬਜ਼ਾਦਿਆਂ ਨੇ ਗੋਇੰਦਵਾਲ ਜਾਣੋਂ ਨਾ ਕਰ ਦਿੱਤੀ ਤਾਂ ਫਿਰ ਗੁਰੂ ਅੰਗਦ ਦੇਵ ਜੀ ਨੇ ਸ਼੍ਰੀ ਅਮਰਦਾਸ ਜੀ ਨੂੰ ਬਾਸਰ ਕੇ ਤੋਂ ਸੱਦ ਕੇ ਆਗਿਆ ਕੀਤੀ ਕਿ ਤੁਸੀਂ ਗੋਂਦੇ ਨਾਲ ਗੋਇੰਦਵਾਲ ਚਲੇ ਜਾਓ ਅਤੇ ਇਸ ਤਰ੍ਹਾਂ ਦੀ ਸਹਾਇਤਾ ਕਰੋ। ਉਪਰੰਤ ਭੂਤਾਂ ਪ੍ਰੇਤਾਂ ਦੇ ਡਰ ਨੂੰ ਦੂਰ ਕਰਨ ਵਾਸਤੇ ਗੁਰੂ ਜੀ ਨੇ ਆਪਣੇ ਹੱਥ ਇੱਕ ਛੜੀ ਦਿੱਤੀ ਅਤੇ ਬਚਨ ਕੀਤਾ ਕਿ ਇਸ ਨੂੰ ਵੇਖ ਕੇ ਕੋਈ ਭੂਤ ਪ੍ਰੇਤ ਉੱਥੇ ਨਹੀਂ ਰਹੇਗਾ। ਤੁਸੀਂ ਜਾਓ ਅਤੇ ਗੋਂਦੇ ਪਾਸ ਉੱਥੇ ਹੀ ਰਹਿਣਾ। ਗੁਰੂ ਜੀ ਦਾ ਹੁਕਮ ਮੰਨ ਕੇ ਆਪ ਜੀ ਗੋਂਦੇ ਨਾਲ ਚਲੇ ਗਏ ਅਤੇ ਗੁਰੂ ਜੀ ਦੀ ਕਿਰਪਾ ਨਾਲ ਉਸ ਦਾ ਪਿੰਡ ਵਸ ਗਿਆ। ਤਦ ਗੋਂਦੇ ਨੇ ਆਪ ਜੀ ਦੇ ਪਰਿਵਾਰ ਵਾਸਤੇ ਮਕਾਨ ਬਣਵਾ ਦਿੱਤੇ ਅਤੇ ਆਪ ਜੀ ਸੰਮਤ 1605 ਬਿਕਰਮੀ ਤੋਂ ਗੋਇੰਦਵਾਲ ਦੇ ਪੱਕੇ ਵਸਨੀਕ ਹੋ ਗਏ। ਗੋਇੰਦਵਾਲ ਤੋਂ ਆਪ ਜੀ ਹਰ ਰੋਜ਼ ਗੁਰੂ ਜੀ ਦਾ ਲੰਗਰ ਤਿਆਰ ਹੋਣ ਤੋਂ ਪਹਿਲਾਂ ਖਡੂਰ ਸਾਹਿਬ ਪਹੁੰਚ ਜਾਂਦੇ ਸਨ। ਸਤਿਗੁਰੂ ਜੀ ਨੂੰ ਪ੍ਰਸ਼ਾਦ ਛਕਾ ਕੇ ਅਤੇ ਲੰਗਰ ਦੀ ਸੇਵਾ ਕਰਕੇ ਆਪ ਜੀ ਫਿਰ ਤੀਜੇ ਪਹਿਰ ਗੋਇੰਦਵਾਲ ਵਾਪਸ ਚਲੇ ਜਾਂਦੇ ਸਨ। ਗੋਇੰਦਵਾਲ ਤੋਂ 1.5 ਮੀਲ ਪਿੰਡ ਕਾਂਵਿਕ, ਜਿਸ ਨੂੰ ਹੁਣ ਹੰਸਾਵਾਲਾ ਕਹਿੰਦੇ ਹਨ, ਦੀ ਹੱਦ ਵਿੱਚ ਜਿੱਥੇ ਗੁਰੂ ਜੀ ਖਡੂਰ ਸਾਹਿਬ ਨੂੰ ਜਾਂਦੇ ਆਉਂਦੇ ਬੈਠ ਕੇ ਦਮ ਲੈਂਦੇ ਸਨ, ਆਪ ਜੀ ਦਾ ਪ੍ਰਸਿੱਧ ਅਸਥਾਨ ਦਮਦਮਾ ਸਾਹਿਬ ਸੁਭਾਇਮਾਨ ਹੈ, ਜੋ ਖਡੂਰ ਸਾਹਿਬ ਤੋਂ ਲਗਭਗ 4.5 ਮੀਲ ਹੈ। ਸੰਤਾਂ ਤੇ ਸੰਗਤਾਂ ਦੇ ਉਦਮ ਨਾਲ ਇੱਥੇ ਬਹੁਤ ਸੁੰਦਰ ਇਮਾਰਤ ਬਣ ਗਈ ਹੈ। ਇਹ ਗੱਲ ਵੀ ਪ੍ਰਸਿੱਧ ਹੈ ਕਿ ਗੋਇੰਦਵਾਲ ਨਿਵਾਸ ਸਮੇਂ ਸ਼੍ਰੀ ਗੁਰੂ ਅਮਰਦਾਸ ਜੀ ਬਿਆਸਾ ਤੋਂ ਹਰ ਰੋਜ਼ ਪਾਣੀ ਦੀ ਗਾਗਰ ਲਿਆ ਕੇ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਖਡੂਰ ਸਾਹਿਬ ਇਸ਼ਨਾਨ ਕਰਾਉਂਦੇ ਸਨ ਅਤੇ ਇੱਥੇ ਪਾਣੀ ਦੀ ਗਾਗਰ ਰੱਖ ਕੇ ਦਮ ਲੈਂਦੇ ਹੁੰਦੇ ਸਨ। ਸੰਭਵ ਹੈ ਕਿ ਜਦ ਸ਼੍ਰੀ ਅਮਰਦਾਸ ਜੀ ਗੋਇੰਦਵਾਲ ਤੋਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਜਾਂਦੇ ਸਨ ਤਾਂ ਉਸ ਸਮੇਂ ਪਾਣੀ ਦੀ ਗਾਗਰ ਵੀ ਬਿਆਸਾ ਨਦੀ ਤੋਂ ਭਰ ਕੇ ਲੈ ਜਾਂਦੇ ਹੋਣਗੇ। ਇਸ ਤਰ੍ਹਾਂ ਪ੍ਰੇਮ ਪੂਰਵਕ ਸਮਾਂ ਬਤੀਤ ਕਰਦਿਆਂ ਨੂੰ ਸੰਮਤ 1609 ਝੜ ਗਿਆ। ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਆਪਣੇ ਪ੍ਰਲੋਕ ਗਮਨ ਦਾ ਸਮਾਂ ਨੇੜੇ ਵੇਖ ਕੇ ਆਪ ਜੀ ਨੂੰ ਗੋਇੰਦਵਾਲ ਤੋਂ ਸੱਦ ਕੇ ਸਾਰੀ ਸੰਗਤ ਦੇ ਸਾਹਮਣੇ 5 ਪੈਸੇ ਤੇ ਨਰੇਲ ਆਪ ਜੀ ਦੇ ਅੱਗੇ ਰੱਖ ਕੇ 3 ਪ੍ਰਕਰਮਾ ਕਰਕੇ ਮੱਥਾ ਟੇਕ ਦਿੱਤਾ। ਫਿਰ ਸਭ ਸਿੱਖ ਸੰਗਤਾਂ ਨੂੰ ਫਰਮਾਇਆ ਕਿ ਵਾਰੀ-ਵਾਰੀ ਉੱਠ ਕੇ ਇਹਨਾਂ ਨੂੰ ਮੱਥਾ ਟੇਕੋ। ਇਹਨਾਂ ਵਿੱਚ ਗੁਰੂ ਨਾਨਕ ਦੇਵ ਜੀ ਦੀ ਜੋਤ ਪ੍ਰਗਟ ਹੋਈ ਹੈ ਅਤੇ ਹੁਣ ਇਹ ਸਾਡਾ ਰੂਪ ਹੋ ਗਏ ਹਨ। ਜਿਸ ਤਰ੍ਹਾਂ ਵਿਸਾਖ ਦੀ 3 ਸੰਮਤ 1609 ਸਨ 1653 ਈਸਵੀ ਨੂੰ ਆਪ ਜੀ 73 ਸਾਲ ਦੀ ਆਯੂ ਵਿੱਚ ਬਿਰਾਜਮਾਨ ਹੋਏ। ਆਪ ਜੀ ਅੰਮ੍ਰਿਤ ਵੇਲੇ ਇੱਕ ਪਹਿਰ ਰਾਤ ਰਹਿੰਦੇ ਉੱਠ ਕੇ ਸਣੇਕੇਸ਼ੀ ਬਿਆਸਾ ਨਦੀ ਦੇ ਜਲ ਦਾ ਇਸ਼ਨਾਨ ਕਰਦੇ ਸਨ। ਫਿਰ ਆਸਣ ਉੱਤੇ ਬੈਠ ਕੇ ਆਪਣੇ ਨਿੱਜ ਸਰੂਪ ਦੇ ਧਿਆਨ ਵਿੱਚ ਲੀਨ ਹੋ ਜਾਂਦੇ। ਉਪਰੰਤ ਰਵਾਬੀਆ ਪਾਸੋਂ ਸ਼ਬਦ ਕੀਰਤਨ ਸੁਣ ਕੇ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅੰਗਦ ਦੇਵ ਜੀ ਦਾ
ਉਪਦੇਸ਼ਮਈ ਜਸ ਸੁਣਦੇ ਅਤੇ ਸੰਗਤ ਨੂੰ ਯਥਾਯੋਗ ਆਤਮ ਉਪਦੇਸ਼ ਦੇ ਕੇ ਨਿਹਾਲ ਕਰਦੇ। ਜਦ ਲੰਗਰ ਤਿਆਰ ਹੋ ਜਾਂਦਾ ਤਾਂ ਸੰਗਤ ਨਾਲ ਪੰਗਤ ਵਿੱਚ ਪ੍ਰਸ਼ਾਦ ਛਕ ਕੇ ਬਿਰਾਜ ਜਾਂਦੇ। ਦਿਨ ਦੇ ਚੌਥੇ ਪਹਿਰ ਦੀਵਾਨ ਵਿੱਚ ਬੈਠ ਕੇ ਪੁਰਾਤਨ ਇਤਿਹਾਸ ਦੀ ਕਥਾ ਸੁਣਦੇ ਅਤੇ ਸੰਧਿਆ ਵੇਲੇ ਰਬਾਬੀਆਂ ਪਾਸੋਂ ਸ਼ਬਦ ਕੀਰਤਨ ਸੁਣ ਕੇ ਦੀਵਾਨ ਦੀ ਸਮਾਪਤੀ ਉਪਰੰਤ ਰਾਤ ਦੇ ਵਿਸ਼ਰਾਮ ਵਾਸਤੇ ਆਪਣੇ ਆਸਨ 'ਤੇ ਚਲੇ ਜਾਂਦੇ ਸਨ। ਗੁਰੂ ਜੀ ਨੂੰ ਅਜੇ ਥੋੜ੍ਹਾ ਹੀ ਸਮਾਂ ਗੁਰੂ ਗੱਦੀ 'ਤੇ ਬਿਰਾਜਿਆ ਹੋਇਆ ਸੀ ਕਿ ਇੱਕ ਦਿਨ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਛੋਟੇ ਸਪੁੱਤਰ ਦਾਤੂ ਜੀ ਆਪ ਜੀ ਦੀ ਪ੍ਰਭਤਾ ਵੱਧਦੀ ਵੇਖ ਕੇ ਖਡੂਰ ਤੋਂ ਗੋਇੰਦਵਾਲ ਗਏ। ਉਸ ਸਮੇਂ ਗੁਰੂ ਜੀ ਆਪਣੇ ਸਿੰਘਾਸਨ 'ਤੇ ਸੰਗਤ ਵਿੱਚ ਬੈਠੇ ਹੋਏ ਸਨ ਕਿ ਦਾਤੂ ਜੀ ਨੇ ਆਣ ਕੇ ਕ੍ਰੋਧ ਨਾਲ ਆਪ ਜੀ ਦੀ ਪਿੱਠ ਵਿੱਚ ਲੱਤ ਮਾਰੀ ਅਤੇ ਕਿਹਾ ਕਿ ਇਹ ਗੱਦੀ ਸਾਡੇ ਪਿਤਾ ਜੀ ਦੀ ਸੀ ਜਿਸ ਦੇ ਅਸੀਂ ਹੱਕਦਾਰ ਹਾਂ, ਪਰ ਇਹ ਸੇਵਾ ਕਰਦਾ ਕਰਦਾ ਗੱਦੀ ਸਾਂਭ ਬੈਠਾ ਹੈ। ਗੁਰੂ ਜੀ ਨੇ ਉੱਠ ਕੇ ਦਾਤੂ ਜੀ ਦਾ ਪੈਰ ਫੜ ਕੇ ਉਸ ਨੂੰ ਮੁੱਠੀਆਂ ਭਰੀਆਂ ਅਤੇ ਕਿਹਾ ਕਿ ਤੁਸੀਂ ਸਾਹਿਬਜ਼ਾਦੇ ਹੋ, ਤੁਹਾਡੇ ਚਰਨ ਕੋਮਲ ਹਨ, ਮੇਰੇ ਸੁੱਕੇ ਸਰੀਰ ਦੇ ਹੱਡਾਂ ਉੱਤੇ ਵੱਜ ਕੇ ਤੁਹਾਨੂੰ ਸੱਟ ਲੱਗੀ ਹੋਵੇਗੀ, ਇਸ ਵਾਸਤੇ ਮੈਂ ਤੁਹਾਡੇ ਪਾਸੋਂ ਮਾਫੀ ਮੰਗਦਾ ਹਾਂ। ਉਪਰੰਤ ਈਰਖਾ ਦੀ ਅੱਗ ਤੋਂ ਬਚਣ ਵਾਸਤੇ ਆਪ ਜੀ ਉਸ ਰਾਤ ਹੀ ਚੁੱਪ ਕੀਤੇ ਹੀ ਗੋਇੰਦਵਾਲ ਤੋਂ ਉੱਠ ਕੇ ਆ ਗਏ ਅਤੇ ਆਪਣੇ ਪਿੰਡ ਬਾਸਰਕੇ ਤੋਂ ਬਾਹਰ ਇੱਕ ਕੋਠੇ ਵਿੱਚ ਆਣ ਕੇ ਇਕਾਂਤਵਾਸ ਧਾਰਨ ਕਰ ਲਿਆ। ਦਰਵਾਜ਼ੇ ਉੱਤੇ ਬਾਹਰ ਲਿਖ ਦਿੱਤਾ ਕਿ ਜਿਹੜਾ ਕੋਈ ਇਸ ਦਰਵਾਜ਼ੇ ਨੂੰ ਖੋਲ੍ਹੇਗਾ ਉਹ ਗੁਰੂ ਦਾ ਦੇਣਦਾਰ ਹੋਵੇਗਾ। ਬਾਹਰ ਇਹ ਲਿਖ ਕੇ ਆਪ ਜੀ ਨੇ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ। ਇੱਧਰ ਗੋਇੰਦਵਾਲ ਤੋਂ ਗੁਰੂ ਜੀ ਦੇ ਚਲੇ ਜਾਣ ਪਿੱਛੋਂ ਬਾਬਾ ਦਾਤੂ ਜੀ ਗੱਦੀ ਲਾ ਕੇ ਸੰਗਤਾਂ ਵਿੱਚ ਗੁਰੂ ਬਣ ਕੇ ਬੈਠ ਗਏ, ਪਰ ਉਹਨਾਂ ਨੂੰ ਸੰਗਤਾਂ ਵੱਲੋਂ ਮਾਣ ਵਡਿਆਈ ਨਾ ਮਿਲੀ ਜੋ ਗੁਰੂ ਬਣ ਕੇ ਲੈਣੀ ਚਾਹੁੰਦੇ ਸਨ। ਇਸ ਕਰਕੇ ਦੂਏ ਤੀਏ ਦਿਨ ਹੀ ਨਿਰਾਸ਼ ਹੋ ਕੇ ਦਾਤੂ ਜੀ ਵਾਪਸ ਖਡੂਰ ਆ ਗਏ। ਇੱਕ ਦਿਨ ਇਸ ਦੇ ਕੁਝ ਦਿਨਾਂ ਉਪਰੰਤ ਬਾਬਾ ਬੁੱਢਾ ਜੀ ਦੀ ਅਗਵਾਈ ਹੇਠ ਸੰਗਤਾਂ ਬੜੇ ਉਤਸ਼ਾਹ ਤੇ ਪ੍ਰੇਮ ਨਾਲ ਗੁਰੂ ਜੀ ਦੀ ਭਾਲ ਵਿੱਚ ਪਿੰਡ ਬਾਸਰਕੇ ਪਹੁੰਚ ਗਈਆਂ। ਅੱਗੇ ਜਦ ਦਰਵਾਜ਼ੇ ਉੱਤੇ ਲਿਖਿਆ ਹੋਇਆ ਗੁਰੂ ਜੀ ਦਾ ਹੁਕਮ ਪੜਿਆ ਤਾਂ ਬਾਬਾ ਬੁੱਢਾ ਜੀ ਕੋਠੇ ਦੀ ਪਿੱਠ ਨੂੰ ਪਾੜ ਲਾ ਕੇ ਅੰਦਰ ਲੰਘ ਗਏ। ਸੰਗਤਾਂ ਨੇ ਗੁਰੂ ਜੀ ਦੇ ਦਰਸ਼ਨ ਕੀਤੇ ਅਤੇ ਬੇਨਤੀ ਕਰਕੇ ਆਪ ਜੀ ਨੂੰ ਵਾਪਸ ਗੋਇੰਦਵਾਲ ਲੈ ਆਂਦਾ। ਇਹ ਕੋਠਾ ਸੰਨ ਸਾਹਿਬ ਦੇ ਨਾਮ ਨਾਲ ਪ੍ਰਸਿੱਧ ਹੈ। ਗੁਰੂ ਜੀ ਬੜੇ ਉੱਜਲ ਚਿੱਟੇ ਬਸਤਰ ਪਹਿਨਦੇ ਹੁੰਦੇ ਸਨ, ਰੰਗਦਾਰ ਕੱਪੜਾ ਕਦੇ ਨਹੀਂ ਸਨ ਪਹਿਨਦੇ, ਆਪਣੇ ਪਾਸ ਕੋਈ ਵਾਧੂ ਕੱਪੜਾ ਨਹੀਂ ਸਨ ਰੱਖਦੇ। ਜਦ ਨਵੇਂ ਕੱਪੜੇ ਪਹਿਨਦੇ ਸਨ ਤਾਂ ਪਹਿਲੇ ਉਤਾਰ ਕੇ ਕਿਸੇ ਲੋੜਵੰਦ ਪ੍ਰੇਮੀ ਨੂੰ ਦੇ ਦਿੰਦੇ ਸਨ। ਲੰਗਰ ਸਭ ਨੂੰ ਇੱਕ ਪੰਗਤ ਵਿੱਚ ਬੈਠ ਕੇ ਛਕਣਾ ਪੈਂਦਾ ਸੀ। ਉਪਰੰਤ ਲੰਗਰ ਦਾ ਪਕਵਾਨ ਕੱਚਾ ਪੱਕਾ ਜੋ ਰਾਤ ਨੂੰ ਸੌਣ ਤੱਕ ਬਚ ਜਾਂਦਾ ਸੀ, ਉਹ ਸਭ ਬਿਆਸਾ ਨਦੀ ਵਿੱਚ ਜਲ ਜੀਵਾਂ ਨੂੰ ਪਾ ਦਿੱਤਾ ਜਾਂਦਾ ਸੀ। ਇੱਥੋਂ ਤੱਕ ਕਿ ਪਾਣੀ ਦੇ ਘੜੇ ਵੀ ਖਾਲੀ ਕਰਾ ਕੇ ਮੁੱਦੇ ਕਰਵਾ ਦਿੱਤੇ ਜਾਂਦੇ ਸਨ। ਇਸ ਤਰ੍ਹਾਂ ਘਰ ਵਿੱਚ ਅੰਨ, ਜਲ ਤਥਾ ਕੱਪੜਾ ਆਦਿਕ ਕੋਈ ਚੀਜ਼ ਵੀ ਜਮ੍ਹਾਂ ਨਹੀਂ ਸਨ ਰੱਖਦੇ। ਹਰ ਇੱਕ ਚੀਜ਼ ਲੋੜ ਅਨੁਸਾਰ ਨਿੱਤ ਨਵੀਂ ਆਉਂਦੀ ਤੇ ਵਰਤਦੀ ਸੀ। ਸੰਮਤ 1624 ਵਿੱਚ ਅਕਬਰ ਬਾਦਸ਼ਾਹ ਨੇ ਦਿੱਲੀ ਤੋਂ ਲਾਹੌਰ ਨੂੰ ਜਾਂਦੇ ਹੋਏ ਗੋਇੰਦਵਾਲ ਦੇ ਪੱਤਨ ਤੋਂ ਬਿਆਸਾ ਦਰਿਆ ਪਾਰ ਕਰਕੇ ਇੱਥੇ ਡੇਰਾ ਕੀਤਾ। ਅਕਬਰ ਨੇ ਸੁਣਿਆ ਕਿ ਸ੍ਰੀ ਗੁਰੂ ਅਮਰਦਾਸ ਜੀ ਬਿਨਾਂ ਕਿਸੇ ਊਚ ਨੀਚ ਦੇ ਵਿਤਕਰੇ ਤੋਂ ਇੱਕ ਪੰਗਤ ਵਿੱਚ ਬਿਠਾਲ ਕੇ ਸਭ ਨੂੰ ਲੰਗਰ ਵਰਤਾਉਂਦੇ ਨੇ ਅਤੇ ਛਕਾਉਂਦੇ ਹਨ। ਇਸ ਗੱਲ ਦੇ ਪਰਖਣ ਵਾਸਤੇ ਅਕਬਰ ਆਪ ਲੰਗਰ ਵਿੱਚ ਗਿਆ ਤੇ ਸਰਬ ਸਾਂਝੀਵਾਲਤਾ ਨੂੰ ਵੇਖ ਕੇ ਬੜਾ ਹੀ ਪ੍ਰਸੰਨ ਹੋਇਆ। ਪ੍ਰਸੰਨ ਹੋ ਕੇ ਅਕਬਰ ਨੇ ਗੁਰੂ ਜੀ ਦੇ ਲੰਗਰ ਵਾਸਤੇ ਜੋ ਬਾਲ ਪ੍ਰਗਣੇ ਦੀ 500 ਵਿਗਾ ਜ਼ਮੀਨ ਦਾ ਪੱਟਾ ਗੁਰੂ ਜੀ ਨੂੰ ਜਾਗੀਰ ਵਜੋਂ ਲਿਖ ਦਿੱਤਾ। ਗੁਰੂ ਜੀ ਦੇ ਕੁਝ ਮੁੱਖ ਉਪਦੇਸ਼ ਵੀ ਸਨ। ਕਿਸੇ ਨਾਲ ਦੁਐਸ਼ ਨਹੀਂ ਕਰਨੀ, ਸਭ ਦਾ ਭਲਾ ਚਾਹਣਾ, ਊਚ ਨੀਚ ਦੀ ਵਿਚਾਰ ਤੋਂ ਬਿਨਾਂ ਅੰਨਦਾਨ ਕਰਨਾ ਕਿਉਂਕਿ ਅੰਨ ਵਿੱਚ ਹੀ ਸਭ ਦੇ ਪ੍ਰਾਣ ਹਨ, ਤਨ ਨਾਲ 10 ਨੋਹਾਂ ਦੀ ਕਿਰਤ ਕਰਕੇ ਸਾਧ ਸੰਗਤ ਦੀ ਸੇਵਾ ਕਰਨੀ, ਮਨ ਨਾਲ ਪ੍ਰਭੂ ਦੀ ਭਗਤੀ ਅਤੇ ਸਤਨਾਮ ਦਾ ਸਿਮਰਨ ਕਰਨਾ, ਅੰਮ੍ਰਿਤ ਵੇਲੇ ਇਸ਼ਨਾਨ ਕਰਕੇ 4 ਘੜੀਆਂ
ਇੱਕ ਮਨ ਹੋ ਕੇ ਗੁਰੂ ਸ਼ਬਦ ਦੀ ਵਿਚਾਰ ਕਰਨੀ ਤਥਾ ਸੁਣਨੀ, ਸਦਾ ਹੀ ਮਿੱਠਾ ਬੋਲਣਾ, ਬੁਰੇ ਦਾ ਵੀ ਭਲਾ ਕਰਨਾ। ਗੁਰੂ ਜੀ ਦੇ ਬਹੁਤ ਪਰਉਪਕਾਰ ਵੀ ਹਨ, ਜੋ ਗੁਰੂ ਜੀ ਨੇ ਬਹੁਤ ਹੀ ਸਿੱਖਾਂ ਉੱਤੇ ਕੀਤੇ ਹਨ। ਛੂਤ ਛਾਤ ਮੇਟੀ, ਛੂਤ ਛਾਤ ਦੇ ਭਰਮ ਨੂੰ ਦੂਰ ਕਰਨ ਵਾਸਤੇ ਇੱਕ ਪੰਗਤ ਤੇ ਸੰਗਤ ਵਿੱਚ ਬੈਠ ਕੇ ਪ੍ਰਸ਼ਾਦ ਛਕਣ ਦਾ ਨਿਯਮ ਬੱਧਾ। ਸਤੀ ਦੀ ਰਸਮ ਦੀ ਵਿਰੋਧਤਾ ਕਰਕੇ ਉਸ ਦੀਆਂ ਬੁਰਾਈਆਂ ਦਾ ਲੋਕਾਂ ਵਿੱਚ ਪ੍ਰਚਾਰ ਕਰਕੇ ਉਸ ਨੂੰ ਬੰਦ ਕਰਨ ਦੀ ਪ੍ਰੇਰਣਾ ਕੀਤੀ। ਇਸ ਪ੍ਰਥਾ ਆਪ ਜੀ ਨੇ ਫਰਮਾਇਆ ਹੈ, ਸਤੀਆ ਇਹ ਨਾ ਆਖੀਆਂ ਜੋ ਮੜਿਆ ਲਗ ਜਲਨ। ਦੂਜਾ ਲਿਖਿਆ ਹੈ, ਨਾਨਕ ਸਤੀਆ ਜਾਣੀਆਂ ਜੀ ਬਿਰਹੇ ਚੋਟ ਮਰਨ। ਤੀਜਾ ਉਪਕਾਰ ਕੀਤਾ ਕਿ ਬਾਣੀ ਇਕੱਤਰ ਕਰਕੇ ਲਿਖਵਾਈ। ਸਤਿਗੁਰੂ ਗੁਰੂ ਨਾਨਕ ਜੀ, ਗੁਰੂ ਅੰਗਦ ਜੀ ਆਪਣੀ ਅਤੇ ਭਗਤਾਂ ਦੀ ਬਾਣੀ ਇਕੱਤਰ ਕਰਕੇ ਗੁਰੂ ਜੀ ਨੇ ਆਪਣੇ ਪੋਤਰੇ ਬਾਬਾ ਮੋਹਨ ਜੀ ਦੇ ਪੁੱਤਰ ਸੰਸ ਰਾਮ ਜੀ ਪਾਸੋਂ 2 ਪੋਥੀਆਂ ਵਿੱਚ ਲਿਖਵਾਈ। ਪਿੱਛੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਪੋਥੀਆਂ ਬਾਬਾ ਮੋਹਨ ਜੀ ਪਾਸੋਂ ਲੈ ਕੇ ਇਹਨਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬੀੜ ਵਿੱਚ ਦਰਜ ਕੀਤੀ। ਗੁਰੂ ਸਾਹਿਬ ਜੀ ਦੀ ਆਪਣੀ ਰਚਨਾ ਕੀਤੀ ਹੋਈ ਬਹੁਤੇ ਸਾਰੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਿਰਾਜਮਾਨ ਹੈ, ਜਿਸ ਵਿੱਚੋਂ ਬਹੁਤ ਪ੍ਰਸਿੱਧ 40 ਪੌੜੀਆਂ ਦੀ ਬਾਣੀ ਆਨੰਦ ਸਾਹਿਬ ਪੰਨਾ 917 ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਆਰੰਭ ਹੁੰਦੀ ਹੈ। ਇਹ ਹਰ ਖੁਸ਼ੀ ਤੇ ਗਮੀ ਦੇ ਸਮੇਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਭੋਗ ਸਮੇਂ ਪੜ੍ਹੀ ਜਾਂਦੀ ਹੈ ਅਤੇ ਅੰਮ੍ਰਿਤ ਪ੍ਰਚਾਰ ਦੀਆਂ 5 ਬਾਣੀਆਂ ਵਿੱਚੋਂ ਇੱਕ ਬਾਣੀ ਇਹ ਵੀ ਪ੍ਰਸਿੱਧ ਹੈ। ਸਿੱਖੀ ਦੇ ਪ੍ਰਚਾਰ ਵਾਸਤੇ ਗੁਰੂ ਜੀ ਨੇ 22 ਮੰਜੀਆਂ ਕਾਇਮ ਕਰਕੇ ਦੂਜੇ ਇਲਾਕਿਆਂ ਵਿੱਚ ਸਿੱਖੀ ਪ੍ਰਚਾਰ ਦੇ 22 ਕੇਂਦਰ ਨਿਯਤ ਕੀਤੇ ਅਤੇ ਥਾਂ ਪਰ ਥਾਂ ਧਰਮਸ਼ਾਲਾ ਬਣਵਾਈਆਂ। ਗੋਇੰਦਵਾਲ 84 ਪੌੜੀਆਂ ਵਾਲੀ ਬਾਉਲੀ ਰਚੀ ਅਤੇ ਉਸ ਨੂੰ ਵਾਰ ਦਿੱਤਾ ਕਿ ਜਿਹੜਾ ਪ੍ਰਾਣੀ ਮਾਤਰ ਇਹਨਾਂ 84 ਪੌੜੀਆਂ ਉੱਤੇ ਬਾਉਲੀ ਵਿੱਚ ਇਸ਼ਨਾਨ ਕਰਕੇ ਜਪਜੀ ਸਾਹਿਬ ਦੀ 84 ਪਾਠ ਕਰੇ, ਉਸਦੀ ਜਨਮ ਮਰਨ ਦੀ 84 ਕੱਟੀ ਜਾਵੇਗੀ। ਅੱਜ ਤੱਕ ਹਜ਼ਾਰਾਂ ਸ਼ਰਧਾਲੂ ਮਾਈ ਭਾਈ ਗੁਰੂ ਜੀ ਦੇ ਇਸ ਹੁਕਮ ਦੀ ਪਾਲਣਾ ਕਰਕੇ ਆਪਣੇ ਮਨ ਨੂੰ ਸ਼ਾਂਤ ਕਰ ਰਹੇ ਹਨ। ਗੁਰੂ ਜੀ ਨੇ ਦੂਰ ਨੇੜੇ ਦੀਆਂ ਸੰਗਤਾਂ ਦੇ ਮੇਲ ਗੇਲ ਵਾਸਤੇ ਵਿਸਾਖੀ ਦਾ ਮੇਲਾ ਨਿਯਤ ਕੀਤਾ। ਗੁਰੂ ਜੀ ਨੇ ਸ਼੍ਰੀ ਜੇਠਾ ਯਾਨੀ ਰਾਮਦਾਸ ਜੀ ਤੋਂ ਸੰਮਤ 1627 ਵਿੱਚ ਗੁਰੂ ਚੱਕ ਦੀ ਨੀਂਹ ਰਖਵਾਈ ਅਤੇ ਇੱਕ ਸਰੋਵਰ ਤਿਆਰ ਕਰਨ ਵਾਸਤੇ ਆਗਿਆ ਦਿੱਤੀ। ਗੁਰੂ ਜੀ ਆਪਣੇ ਗੁਰਗੱਦੀ ਸਥਾਨ ਉੱਤੇ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਗੁਰੂ ਅਸਥਾਪਨ ਕਰਕੇ ਭਾਦਰੋਂ ਸੁਦੀ 15 ਸੰਮਤ 1631 ਨੂੰ ਗੋਇੰਦਵਾਲ ਜੋਤੀ ਜੋਤ ਸਮਾਏ। ਆਪ ਜੀ ਨੇ 94 ਵਰੇ 3 ਮਹੀਨੇ ਅਤੇ 23 ਦਿਨ ਕੁੱਲ ਉਮਰ ਭੋਗੀ। ਇਸ ਵਿੱਚੋਂ ਆਪ ਜੀ 22 ਵਰੇ 5 ਮਹੀਨੇ ਅਤੇ 11 ਦਿਨ ਗੁਰਤਾ ਗੱਦੀ ਤੇ ਬਿਰਾਜਮਾਨ ਰਹੇ। ਸਾਰੇ ਆਖ ਲਈਏ, ਧੰਨ ਗੁਰੂ ਅਮਰਦਾਸ ਜੀ, ਧੰਨ ਸਤਿਗੁਰੂ ਜਗਜੀਤ ਸਿੰਘ ਜੀ, ਧੰਨ ਸਤਿਗੁਰੂ ਉਦੇ ਸਿੰਘ ਜੀ।